पॉइंट तो सोनी धरती पाकिस्तान प्रोग्राम ਦੇ ਨਾਲ मैं ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਮਹਿਮਾਨ ਮੌਜੂਦ ਨੇ ਉਹਨਾਂ ਦਾ ਤਾਲੁਕ ਕਸੂਰ ਦੇ ਇਲਾਕੇ ਲਲਿਆਣੀ ਤੋਂ ਹੈ ਔਰ ਅੱਜ ਕੱਲ੍ਹ ਉਹ ਲਾਹੌਰ ਵਿੱਚ ਰਹਿ ਰਹੇ ਨੇ, ਪਰ ਇਹਦੇ ਬਾਵਜੂਦ ਉਹਨਾਂ ਦਾ ਤਾਲੁਕ ਕਸੂਰ, ਬੁੱਲੇ ਸ਼ਾਹ ਔਰ ਲਲਿਆਣੀ ਤੋਂ ਨਹੀਂ ਟੁੱਟਿਆ। ਇਹਦੀ ਇੱਕ ਵੱਡੀ ਮਿਸਾਲ ਹੈ ਕਿ ਉਹਨਾਂ ਨੇ ਹੁਣ ਤੱਕ ਬੁੱਲੇ ਸ਼ਾਹ ਦੇ ਫਿਕਰੀ ਸੋਚ ਨੂੰ ਲੈ ਕੇ ਹੁਣ ਤੱਕ ਤਕਰੀਬਨ 8 ਕਿਤਾਬਾਂ ਲਿਖੀਆਂ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਆਖਰ ਕੀ ਵਜ੍ਹਾ ਹੈ ਕਿ ਉਹਨਾਂ ਨੇ ਬੁੱਲੇ ਸ਼ਾਹ ਦੀ ਫਿਕਰੀ ਸੋਚ ਨੂੰ ਲੈ ਕੇ ਇੰਨੀਆਂ ਕਿਤਾਬਾਂ ਲਿਖੀਆਂ, ਜੋ ਕਿ ਮੇਰਾ ਖਿਆਲ ਹੈ ਕਿ ਪੂਰੀ ਦੁਨੀਆ ਵਿੱਚ ਬੁੱਲੇ ਸ਼ਾਹ ਦੀ ਫਿਕਰੀ ਸੋਚ ਦੇ ਹਵਾਲੇ ਨਾਲ ਨਹੀਂ ਲਿਖੀਆਂ ਗਈਆਂ। ਔਰ ਇਸ ਤੋਂ ਇਲਾਵਾ ਮਾਸ਼ਾਅੱਲਾ ਉਹਨਾਂ ਦੀਆਂ ਤਕਰੀਬਨ ਅਗਰ ਹਿਸਾਬ ਲਗਾਈਏ ਤਾਂ ਹੁਣ ਤੱਕ 20 ਕਿਤਾਬਾਂ ਛਪ ਚੁੱਕੀਆਂ ਨੇ। ਇਸ ਤੋਂ ਇਲਾਵਾ ਉਹਨਾਂ ਦੇ ਮੁਖਤਲਿਫ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਅੰਦਰ ਉਹਨਾਂ ਦੇ ਉੱਤੇ, ਉਹਨਾਂ ਦੇ ਕੰਮ ਦੇ ਉੱਤੇ ਮਕਾਲੇ ਵੀ ਲਿਖੇ ਗਏ ਨੇ। ਮੇਰੀ ਮੁਰਾਦ ਜਨਾਬ ਅਕਰਮ ਸ਼ੇਖ ਸਾਹਿਬ। अस्सलाम वालेकुम शेख साहब। वालेकुम अस्सलाम सर, बहुत शुक्रिया तुसी तशरीफ ले आए और साढ़े स्टूडियो नू रौनक बख्शी। ਤੁਹਾਡੀ ਮੁਹੱਬਤ ਹੈ ਔਰ ਇਸ ਮੁਹੱਬਤ ਦੀ ਵਜ੍ਹਾ ਨਾਲ ਮੈਂ ਵੀ ਹਾਜ਼ਰ ਹੋਇਆ। ਅਸਲ ਚੀਜ਼ ਹੈਗੀ, ਤੁਸੀਂ ਲਲਿਆਣੀ ਦਾ ਜ਼ਿਕਰ ਕੀਤਾ, ਮੈਂ ਥੋੜਾ ਜਿਹਾ ਪਹਿਲੇ ਲਲਿਆਣੀ ਦੇ ਬਾਰੇ ਵਜ਼ਾਹਤ ਕਰਦੇ ਹਾਂ। ਲਲਿਆਣੀ ਉਹ ਪਿੰਡ ਹੈ ਜਿੱਥੇ ਰਾਣੀ ਜਿੰਦਾ ਨੇ ਅੰਗਰੇਜ਼ਾਂ ਨਾਲ ਜਿਹੜਾ ਮੁਆਹਦਾ ਕੀਤਾ ਸੀ ਨਾ 1849 ਦੇ ਵਿੱਚ ਦਲੀਪ ਸਿੰਘ ਦੇ ਹਵਾਲੇ ਨਾਲ, ਇਹ ਲਲਿਆਣੀ ਹੋਇਆ ਸੀ। ਔਰ ਇੱਥੇ ਬਹੁਤ ਸਾਰੀਆਂ ਉਹ ਅਜੇ ਵੀ ਮੌਜੂਦ ਸਨ, ਲੇਕਿਨ ਹੁਣ ਉਹ ਜ਼ਾਹਿਰ ਹੈ ਕਿ ਵੀ ਜਿਹੜੀ ਸਾਡੇ ਹਾਂ ਇੱਕ ਤਰ੍ਹਾਂ ਦੀ ਆਬਾਦੀ ਦਾ ਇਜ਼ਾਫਾ ਹੈ, ਉਹਦੀ ਵਜ੍ਹਾ ਨਾਲ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਨੇ ਉਹ ਜ਼ਾਇਆ ਹੋ ਚੁੱਕੀਆਂ ਨੇ। ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਨੇ ਉਹਨਾਂ ਨੂੰ ਰਿਆਸਤ ਨੇ ਵੀ ਫਰਜ਼ ਸਮਝ ਕੇ ਉਹਨਾਂ ਦੀ ਹਿਫਾਜ਼ਤ ਨਹੀਂ ਕੀਤੀ ਹੋਈ। ਕੋਈ ਵੀ ਚੀਜ਼ ਜਿਹੜੀ ਐਸੀ ਯਾਦਗਾਰੀ ਹੁੰਦੀ ਹੈ ਸੀ, ਇਹ ਪੂਰੇ ਪਾਕਿਸਤਾਨ ਦਾ ਅਲਮੀਆ ਹੈਗਾ। ਉਹਦੀ ਵੀ ਕੁਝ ਖਾਸ ਵਜੂਹਾਤ ਨੇ ਕਿ ਵੀ ਅਸੀਂ ਜੋ ਕੁਝ ਵੀ ਗੈਰ ਮੁਸਲਿਮ ਸੀ ਉਹਦੇ ਨਾਲ ਗੈਰ ਮੁਸਲਮਾਂ ਵਾਲਾ ਹੀ ਸਲੂਕ ਕੀਤਾ ਹੈਗਾ, ਜੋ ਅਸੀਂ ਕਰਦੇ ਆ ਰਹੇ ਹਾਂ। ਦੂਸਰੀ ਗੱਲ ਹੈਗੀ ਕਿ ਇਹ ਏਰੀਆ ਜਿਹੜਾ ਹੈ ਕਿ ਨਹੀਂ, ਇਹ 'ਤੇ ਥੋੜ੍ਹਾ ਜਿਹਾ ਅਗਰ ਪਿੱਛੇ ਬਾਰਡਰ 'ਤੇ ਜਾਈਏ ਨਾ, ਜਿਹੜੀ ਨਹਿਰ ਆਉਂਦੀ ਹੈ ਨਾ ਬਾਰਡਰ ਵੱਲੋਂ, ਉਹਦੇ ਨਹਿਰ ਦੇ ਨਾਲ ਇੱਕ ਪਿੰਡ ਹੈਗਾ ਚੱਠਿਆਂ ਵਾਲਾ। ਇਹ ਚੱਠਿਆਂ ਵਾਲਾ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉੱਥੇ ਇੱਕ ਪੀਰੋ ਪ੍ਰੇਮਣ ਵੀ ਹੋਈ ਸੀ। ਪੀਰੋ ਪ੍ਰੇਮਣ ਜਿਹੜੀ ਭਗਤਨ ਸੀ ਬਕਾਇਦਾ, ਉਹ ਸਿੱਖਾਂ ਦੇ ਨਾਲ ਗੁਲਾਬਦਾਸੀ ਜਿਹੜੇ ਨੇ ਨਾ, ਗੁਲਾਬਦਾਸ ਜਿਹੜਾ ਸੀ ਨਾ ਉਹ ਉਹਦੇ ਨਾਲ ਹੀ ਅਟੈਚ ਸੀ, ਅਤੇ ਉਹਦੇ ਤੋਂ ਹੀ ਇਹ ਗੁਲਾਬਦਾਸੀ ਫਿਰਕਾ ਜਿਹੜਾ ਇਹਨਾਂ ਦਾ ਸਿੱਖਾਂ ਦਾ ਉਹ ਬਣਿਆ ਹੋਇਆ ਹੈ। ਇਹ ਤਾਂ ਇਸ ਖਾਸ ਤੌਰ 'ਤੇ ਮੈਂ ਲਲਿਆਣੀ ਦਾ ਹਵਾਲਾ ਦੇ ਰਿਹਾ। ਔਰ ਲਲਿਆਣੀ ਉਹ ਪਿੰਡ ਹੈ ਕਿ ਜਦੋਂ ਬੁੱਲੇ ਸ਼ਾਹ ਨੂੰ ਕਸੂਰ ਦੇ ਵਿੱਚੋਂ ਜਿਹੜੇ ਹੁਕਮਰਾਨ ਤਬਕੇ ਸਨ ਮਾਰਕੁੱਟ ਕਰਦੇ ਸਨ, ਅਤੇ ਉਹ ਉੱਥੋਂ ਜਦੋਂ ਨੱਸਦਾ ਸੀ ਜਾਂ ਦੇਸ ਨਿਕਾਲਾ ਉਹਨੂੰ ਮਿਲਦਾ ਸੀ, ਅਤੇ ਉਹ ਲਲਿਆਣੀ ਦੇ ਸਿੱਖਾਂ ਕੋਲ ਆ ਕੇ ਪਨਾਹ ਲੈਂਦਾ ਸੀ। ਲਲਿਆਣੀ ਸਿੱਖ ਫੈਮਿਲੀ ਦਾ ਇੱਕ ਬਹੁਤ ਬੜਾ ਗੜ੍ਹ ਸੀ ਉਸ ਜ਼ਮਾਨੇ 'ਚ। ਇੱਥੇ ਆ ਕੇ ਉਹ ਪਨਾਹ ਲੈਂਦਾ, ਜਾਂ ਇਹ ਲਲਿਆਣੀ ਸੀ ਜਾਂ ਫਿਰ ਭੋਏ ਹਾਸਲ ਸੀ ਜਿਹੜਾ ਰਾਏਵਿੰਡ ਤੋਂ ਅੱਗੇ ਆਉਂਦਾ ਹੈਗਾ। ਉੱਥੇ ਜਾ ਕੇ ਨਾ ਇਹ ਸਿੱਖਾਂ ਕੋਲ ਪਨਾਹ ਲੈਂਦਾ ਸੀ ਬੁੱਲੇ ਸ਼ਾਹ। ਅੱਛਾ, ਬੁੱਲੇ ਸ਼ਾਹ ਨੇ ਜਿਹੜਾ, ਤੁਸੀਂ ਹੁਣ ਜ਼ਰਾ ਗੌਰ ਕਰੋ ਨਾ, ਤੇ ਇੱਕ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਦਾ ਜ਼ਿਕਰ ਕੀਤਾ ਹੈ। ਕਹੂੰ ਮਿੰਬਰ ਤੇ ਬੈ ਕਾਜ਼ੀ ਹੋ, ਕਹੂੰ ਤੇਗ ਬਹਾਦਰ ਗਾਜ਼ੀ ਹੋ, ਉਹਨੂੰ ਗਾਜ਼ੀ ਕਰਾਰ ਹੈ। ਸਾਡੇ ਹਾਂ ਜਿਹੜਾ ਤਸੱਵਰ ਹੈ ਗਾਜ਼ੀ ਦਾ, ਉਹ ਹੈ ਕਿ ਜਿਹੜਾ ਮੁਜਾਹਿਦ ਜੰਗ 'ਚ ਜਾਂਦਾ, ਜੰਗ 'ਚ ਕਾਮਯਾਬ ਹੋ ਕੇ ਵਾਪਸ ਆ ਜਾਂਦਾ ਨਾ, ਉਹ ਗਾਜ਼ੀ ਕਹਿਲਾਉਂਦਾ ਹੈ। ਔਰ ਜਿਹੜਾ ਸ਼ਹੀਦ ਹੋ ਜਾਂਦਾ ਹੈ, ਮਰ ਜਾਂਦਾ ਹੈ ਜਾਂ ਆਪਣੇ ਜਹਾਦ ਦੇ ਵਿੱਚ, ਉਹਨੂੰ ਸ਼ਹੀਦ ਕਿਹਾ ਜਾਂਦਾ ਹੈਗਾ। ਜਿਹੜਾ ਕਾਮਯਾਬ ਹੋ ਕੇ ਵਾਪਸ ਆਉਂਦਾ ਹੈ ਉਹ ਗਾਜ਼ੀ ਹੈ। ਅੱਛਾ, ਇੱਥੇ ਦਿਲਚਸਪ ਗੱਲ ਜਿਹੜੀ ਨਾ ਉਹ ਮੈਂ ਜ਼ਰੂਰੀ ਕਰਨਾ ਸਮਝਣਾ ਕਿ ਇਹ ਜਿਹੜਾ ਤੇਗ ਬਹਾਦਰ ਦਾ ਵਾਕਿਆ ਹੈ ਨਾ, ਇਹ 1675 ਦੇ ਵਿੱਚ ਦਿੱਲੀ 'ਚ ਹੋਇਆ ਸੀ। ਔਰੰਗਜ਼ੇਬ ਨੇ ਦੇ ਦਰਬਾਰ ਦੇ ਵਿੱਚ ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ ਗਿਆ ਸੀ। ਇਸੇ ਤੋਂ ਹੀ ਮੁਸਲਮਾਨਾਂ ਔਰ ਸਿੱਖਾਂ ਦੇ ਦਰਮਿਆਨ ਫਿਕਰੀ ਤਜ਼ਾਦ ਸ਼ੁਰੂ ਹੋਇਆ ਸੀ। ਲੇਕਿਨ ਜਿਹੜੀ ਹਕੀਕਤ ਹੈ ਨਾ, ਉਹਦੇ ਵੱਲ ਜ਼ਰਾ ਧਿਆਨ ਮਾਰਨ ਦੀ ਲੋੜ ਹੈ
ਕਿ ਇਹ ਵਕੂਆ ਹੈਗਾ 1675 ਦਾ, ਤੇ ਬੁੱਲੇ ਸ਼ਾਹ ਦੀ ਪੈਦਾਇਸ਼ ਹੈ 1680 ਦੀ। ਯਾਨੀ ਬੁੱਲੇ ਸ਼ਾਹ ਦੀ ਪੈਦਾਇਸ਼ ਤੋਂ ਵੀ 5 ਸਾਲ ਪਹਿਲੇ ਇਹ ਵਕੂਆ ਹੋ ਚੁੱਕਿਆ ਸੀ। ਅਗਰ ਅਸੀਂ ਇਸ ਤਰ੍ਹਾਂ ਦੇਖੀਏ ਕਿ ਬੁੱਲੇ ਸ਼ਾਹ ਨੇ ਫਿਕਰੀ ਸਤਹ ਉੱਤੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਹੈਗਾ ਜਾਂ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਹੈਗਾ, ਤੇ ਉਹ 1700 ਤੋਂ ਬਾਅਦ ਲੱਗਦਾ ਹੈ। 20 ਸਾਲ ਦੀ ਉਮਰ ਤੋਂ ਬਾਅਦ ਹੀ ਅਮੂਮਨ ਹੁੰਦਾ ਨਾ ਕਿ ਵੀ ਅਸੀਂ ਇਸ ਪਾਸੇ ਰੁਝਾਨ ਕਰਨੇ। ਯਾਨੀ ਉਹਨੇ ਆਪਣੀ ਫਿਕਰੀ ਉਮਰ ਤੋਂ 25 ਸਾਲ ਦੇ ਪਹਿਲੇ ਦੇ ਵਕੂਏ ਨੂੰ ਬਿਆਨ ਕੀਤਾ ਹੈਗਾ ਔਰ ਉਹਨੂੰ ਗਾਜ਼ੀ ਕਰਾਰ ਦਿੱਤਾ ਹੈਗਾ। ਔਰ ਕਿਉਂ? ਉਹਦੀ ਵਜ੍ਹਾ ਇਹ ਬਣੀ ਕਿ ਸਿਆਸੀ ਤੌਰ ਦੇ ਉੱਤੇ ਉਹ ਸਿੱਖ ਜਿਹੜੇ ਨੇ ਉਸ ਤੋਂ ਬਾਅਦ ਮਜ਼ਬੂਤ ਹੋਣਾ ਸ਼ੁਰੂ ਹੋਏ ਨੇ, ਔਰ ਉਹਨਾਂ ਨੇ ਔਰੰਗਜ਼ੇਬ ਨਾਲ ਵੀ ਲੜਾਈ ਲੜੀ। ਫਿਰ ਉਸ ਤੋਂ ਬਾਅਦ ਉਹ ਹੋਰ ਵੀ ਜਿਹੜੀ ਬਾਅਦ ਦੇ ਵਿੱਚ ਚੱਲਦੀ ਰਹੀ ਹੈਗੀ ਪੂਰੀ ਸਦੀ ਜਿਹੜੀ 18ਵੀਂ ਸਦੀ ਬਣਦੀ ਹੈ, ਇਹ ਸਾਰੀ ਇਸੇ ਲੜਾਈ ਦੀ ਹੈ। ਇਹ ਉਹਦੇ ਵਿੱਚ ਹੀ ਫਿਰ ਤੁਸੀਂ ਇਹ ਗੌਰ ਕਰੋ ਤੇ ਇਹ ਵੀ ਤੁਹਾਨੂੰ ਨਜ਼ਰ ਆਏਗਾ ਕਿ ਅਗਰ ਅਸੀਂ ਉਸ ਤਾਰੀਖ ਦਾ ਮੁਤਾਲਾ ਕਰੀਏ ਨਾ 18ਵੀਂ ਸਦੀ ਵਾਲੀ, ਉਹਦੇ ਵਿੱਚ ਨਾਦਰ ਸ਼ਾਹ ਦੁਰਾਨੀ ਵੀ ਆਉਂਦਾ ਹੈ, ਫਿਰ ਅਹਿਮਦ ਸ਼ਾਹ ਅਬਦਾਲੀ ਆਉਂਦਾ ਹੈ, 9 ਹਮਲੇ ਕਰਦਾ ਹੈ ਪੰਜਾਬ ਦੇ ਉੱਤੇ। 9 ਦੇ ਵਿੱਚੋਂ 5 ਜਿਹੜੇ ਨੇ ਉਹ ਬੁੱਲੇ ਸ਼ਾਹ ਦੀ ਹਯਾਤੀ 'ਚ ਹੁੰਦੇ ਨੇ, ਔਰ ਫਿਰ ਉਹ ਜਿਹੜੀ ਰਵਾਇਤ ਦਾ ਹਿੱਸਾ ਬਣਦਾ ਹੈਗਾ, ਲੇਕਿਨ ਉਹ ਬੁੱਲੇ ਸ਼ਾਹ ਦਾ ਨਹੀਂ, ਲੇਕਿਨ ਉਹ ਇੱਕ ਇਜਤਮਾਈ ਸ਼ਊਰ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਅਖਾਣ ਹੈ, ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ। 184 ਪਿੰਡ ਸਨ ਉਸ ਜ਼ਮਾਨੇ 'ਚ ਲਾਹੌਰ ਦੇ, 120 ਸਾੜ ਕੇ ਸੁਆਹ ਕਰ ਦਿੱਤੇ ਗਏ ਸਨ। ਇੰਨੀ ਤਬਾਹੀ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ 'ਚ। ਇਹ ਵੱਖਰੀ ਗੱਲ ਹੈ ਕਿ ਅਸੀਂ ਅਬਦਾਲੀ ਦੇ ਨਾਂ ਦੇ ਮਜ਼ਾਇਲ ਬਣਾਏ ਨੇ, ਖੈਰ ਇਹਨੂੰ ਤੁਸੀਂ ਰਹਿਣ ਦਿਓ ਇਸ ਮਾਮਲੇ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਸਾਡਾ ਕੀ ਹੈਗਾ। ਖੈਰ ਮਸਲਾ ਹੈਗਾ ਕਿ ਵੀ ਬੁੱਲੇ ਸ਼ਾਹ ਸਿਰਫ ਇਸ ਖਿੱਤੇ ਦਾ ਨਹੀਂ, ਪੂਰੀ ਦੁਨੀਆ ਦਾ ਇੱਕ ਐਸਾ, ਮੈਂ ਤਾਂ ਉਹਨਾਂ ਨੂੰ ਹਮੇਸ਼ਾ ਜਗਤ ਸੂਫੀ ਲਿਖਣਾ। ਉਹਦੇ ਮੰਨਣ ਵਾਲੇ ਸਿਰਫ ਮੁਸਲਮਾਨ ਨਹੀਂ ਹੈਗੇ। ਉਹਦੇ ਮੈਨੂੰ ਯਾਦ ਹੈ ਕਿ ਇੱਕ ਕਲਕੱਤਾ ਤੋਂ ਇੱਕ ਦੋਸਤ ਆਏ ਸਨ ਸਾਫੀ ਪ੍ਰੈਸ ਕਲੱਬ 'ਚ, ਉਹਨਾਂ ਮੇਰੇ ਕੋਲ ਆ ਕੇ ਨਾ ਬੁੱਲੇ ਸ਼ਾਹ ਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਕਲਕੱਤਾ ਤੋਂ ਆਇਆ, ਯਾਨੀ ਬੰਗਾਲੀ ਇੱਕ ਤਰ੍ਹਾਂ ਦਾ। ਇਹਦਾ ਕੀ ਮਤਲਬ ਹੋਇਆ ਕਿ ਵੀ ਇਹਦੇ ਅਸਰਾਤ ਜਿਹੜੇ ਨੇ, ਬੁੱਲੇ ਸ਼ਾਹ ਦੀ ਫਿਕਰ ਦੇ ਅਸਰਾਤ ਜਿਹੜੇ ਨੇ, ਉਹ ਇੱਕ ਇਲਾਕੇ ਤੱਕ ਮਹਿਦੂਦ ਨਹੀਂ ਹੈਗੇ, ਜਾਂ ਬੁੱਲੇ ਸ਼ਾਹ ਸਿਰਫ ਇੱਕ ਇਲਾਕੇ ਦਾ ਨੁਮਾਇੰਦਾ ਨਹੀਂ ਹੈ। ਇਹਦੇ 'ਚ ਉਹ ਪੂਰੀ ਦੁਨੀਆ ਦੇ ਇਨਸਾਨਾਂ ਦਾ ਨੁਮਾਇੰਦਾ ਹੈ। ਔਰ ਮੈਂ ਉਹਦੇ ਵੱਲ ਹੀ ਆਉਣਾ ਚਾਹ ਰਿਹਾ ਸੀ ਕਿ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਤੁਹਾਡਾ ਜਿਹੜਾ ਫਿਕਰੀ ਹਵਾਲੇ ਨਾਲ ਕੰਮ ਹੈ ਉਹ ਜ਼ਿਆਦਾ ਬੁੱਲੇ ਸ਼ਾਹ ਤੇ ਹੀ ਕਿਉਂ? ਬਾਕੀ ਸੂਫੀਆ ਕਰਾਮ ਤੇ ਵੀ ਤੁਸੀਂ ਲਿਖਿਆ, ਜਿਸ ਤਰ੍ਹਾਂ ਬਾਬਾ ਫਰੀਦ ਸਨ, ਸ਼ਾਹ ਹੁਸੈਨ ਸਨ, ਵਾਰਿਸ ਸ਼ਾਹ ਤੇ ਵੀ ਤੁਸੀਂ ਉਹਨਾਂ ਦਾ ਤਰਜਮਾ ਕੀਤਾ, ਔਰ ਬੁੱਲੇ ਸ਼ਾਹ ਦਾ ਅਗਰ ਦੇਖੀਏ ਕਿ ਤੁਹਾਡਾ ਜਿਹੜਾ ਉਹ ਕੰਮ ਹੈ ਬਹੁਤ ਜ਼ਿਆਦਾ, ਆਖਰ ਇਹਦੀ ਕੀ ਵਜ੍ਹਾ ਹੈ? ਅਸਲ 'ਚ ਨਾ ਮੇਰੇ ਨਜ਼ਦੀਕ ਬੁੱਲੇ ਸ਼ਾਹ ਸਿਰਫ ਪੰਜਾਬ ਦੀ ਪਛਾਣ ਹੀ ਨਹੀਂ, ਪੂਰੀ ਦੁਨੀਆ ਦੇ ਇਨਸਾਨਾਂ ਦੀ ਪਛਾਣ ਹੈ। ਔਰ ਉਹਨੇ ਕਿਸੇ ਖਾਸ ਮਜ਼ਹਬ, ਕਿਸੇ ਖਾਸ ਨੁਕਤਾ ਨਜ਼ਰ ਜਾਂ ਕਿ ਕਿਸੇ ਖਾਸ ਫਿਰਕੇ ਦੀ ਨੁਮਾਇੰਦਗੀ ਨਹੀਂ ਕੀਤੀ। ਉਹਨਾਂ ਤੋਂ ਉੱਤੇ ਜਾ ਕੇ ਸਿਰਫ ਔਰ ਸਿਰਫ ਇਨਸਾਨ ਦੀ ਉਚਾਈ ਔਰ ਵਡਿਆਈ ਦੀ ਗੱਲ ਕੀਤੀ, ਔਰ ਇਹੋ ਹੀ ਵਜ੍ਹਾ ਹੈ ਕਿ ਉਹਨੂੰ ਦੁਨੀਆ ਜਿਹੜੀ ਉਹ ਤਸਲੀਮ ਕਰਦੀ ਹੈਗੀ ਹੈ। ਅੱਛਾ, ਇਹਦੇ 'ਚ ਨਾ ਇੱਕ ਦਿਲਚਸਪ ਗੱਲ ਵੀ ਹੈਗੀ, ਤੁਸੀਂ ਜ਼ਰਾ ਅਗਰ ਦੇਖੋ ਨਾ ਤੇ ਪੰਜਾਬ ਦੀ ਤਾਰੀਖ ਜਿਹੜੀ ਹੈ ਔਰ ਇਹਦਾ ਜਿਹੜਾ ਤਹਿਜ਼ੀਬੀ ਔਰ ਸਕਾਫਤੀ ਪਸ ਮੰਜ਼ਰ ਹੈ ਨਾ, ਉਹਦੇ 'ਚ ਸਿਰਫ ਬੁੱਲੇ ਸ਼ਾਹ ਇੱਕ ਨੁਮਾਇੰਦਾ ਬਣ ਕੇ ਸਾਹਮਣੇ ਆਉਂਦਾ ਹੈ। ਬਾਕੀ ਬਹੁਤ ਸਾਰੇ ਸੂਫੀ ਨੇ, ਪੀਰ ਨੇ, ਔਲੀਆ ਨੇ, ਲੇਕਿਨ ਇਹੋ ਹੀ ਬੰਦਾ ਜਿਹੜਾ ਹੈ ਇਹਨੂੰ ਐਕਸੈਪਟ ਵੀ ਕੀਤਾ ਜਾਂਦਾ ਹੈ ਔਰ ਇਹ ਕਬੂਲ ਵੀ ਹੁੰਦਾ ਹੈ। ਔਰ ਉੱਥੇ ਅਸੀਂ ਦੇਖਿਆ ਹੈ ਜਾਂ ਤੁਸੀਂ ਵੀ ਦੇਖਿਆ ਹੈ ਕਿ ਵੀ ਉੱਥੇ ਦੁਨੀਆ ਦਾ ਜਿਹੜਾ ਵੀ ਦਾਨਿਸ਼ਵਰ ਆਉਂਦਾ ਹੈ, ਜਿਹੜਾ ਸੂਝਵਾਨ ਹੈ, ਜਿਹੜਾ ਇਨਸਾਨ ਦੀ ਵਡਿਆਈ ਔਰ ਉਚਾਈ ਦੀ ਗੱਲ ਕਰਦਾ ਹੈ, ਉਹ ਪਹਿਲੇ ਆ ਕੇ ਤੇ ਬੁੱਲੇ ਸ਼ਾਹ ਮੱਥਾ ਟੇਕਦਾ ਹੈਗਾ ਕਿ ਵੀ ਇਹ ਸਾਡਾ ਬੰਦਾ ਹੈ। ਔਰ ਉਹ ਕਹਿੰਦੇ ਨੇ ਕਿ ਸਾਡਾ ਬੰਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਕਿ ਸਾਡਾ ਹੈ, ਲੇਕਿਨ ਨਹੀਂ,
ਉਹ ਸ਼ਬਦ ਹੈ, ਉਹ ਹੈ ਹੀ ਸ਼ਬਦ ਹੈ। ਅੱਛਾ, ਇਹਦੇ 'ਚ ਨਾ ਇੱਕ ਚਾਂਦ ਬੇਟਾ ਇੱਕ ਹੋਰ ਬੜੀ ਅਹਿਮ ਚੀਜ਼ ਹੈ। ਜੀ ਜੀ। ਪੰਜਾਬੀ ਜਿਹੜੇ ਨੇ ਨਾ, ਇਹਨਾਂ ਦੀ ਪਛਾਣ ਵੀ ਵੱਖਰੀ ਹੈ ਔਰ ਪਸੰਦ ਵੀ ਵੱਖਰੀ ਹੈ। ਇਹ ਕਿਸੇ ਨੂੰ ਐਵੇਂ ਪਸੰਦ ਵੀ ਨਹੀਂ ਕਰਦੇ ਤੇ ਨਾ ਇਹਨੂੰ ਕਿਸੇ ਨੂੰ ਕਬੂਲ ਕਰਦੇ। ਐਵੇਂ ਲਗੇ ਜਾਂਦੇ ਆ, ਜਿਹੜਾ ਕਹਿ ਦਿੰਦੇ ਨਾ ਕਿ ਵੀ ਇਹ ਲਗੇ ਜਾਂਦੇ ਆ, ਉਹਨਾਂ ਨੇ ਕਿਸੇ ਨੂੰ ਫੜ ਲਿਆ ਹੈਗਾ ਤੇ ਉਹਨੂੰ ਰਾਬਰ ਬਣਾ ਲਿਆ ਹੈਗਾ। ਇਹ ਨਹੀਂ ਹੁੰਦਾ। ਇਹਨਾਂ ਨੇ, ਹੁਣ ਤੁਸੀਂ ਜ਼ਰਾ ਗੌਰ ਕਰੋ ਨਾ, ਤੇ ਪੰਜਾਬੀਆਂ ਦਾ ਜਿਹੜਾ ਬਾਬਾ ਹੈ ਉਹ ਇੱਕ ਐਸਾ ਕਰੈਕਟਰ ਹੈ ਕਿ ਜਿਹੜਾ तमाम ਤਬਕਿਆਂ ਦੇ ਵਿੱਚ, ਮੁਆਸ਼ਰੇ ਦੇ ਜਿੰਨੇ ਵੀ ਤਬਕੇ ਹੁੰਦੇ ਨੇ, ਜਿਹੜੇ ਵੀ ਸਿਵਲਾਈਜੇਸ਼ਨ ਦਾ ਹਿੱਸਾ ਬਣਦੇ ਨੇ, ਉਹਨਾਂ ਸਾਰਿਆਂ ਨੂੰ ਕਬੂਲ ਕਰਦਾ ਹੈ। ਔਰ ਸਾਰੇ ਜਦੋਂ ਉਹਨੂੰ ਕਬੂਲ ਕਰਦੇ ਨੇ ਤੇ ਉਹ ਸਾਰਿਆਂ ਦਾ ਕਬੂਲ ਦਾ ਆਪ ਵੀ ਜੁਜ਼ ਬਣ ਜਾਂਦਾ, ਕਬੂਲੀਅਤ ਦਾ। ਇਸੇ ਤਰ੍ਹਾਂ ਹੀ ਉਹ ਬਾਬਾ ਕਲਾਂਦਾ ਹੈ। ਫਿਰ ਬਾਬਾ ਉਹ ਹੈ ਜਿਹਨੇ ਸੁਲਹ ਕੁਲ ਦੀ ਗੱਲ ਕੀਤੀ ਹੋਵੇ, ਸਾਰਿਆਂ ਦੀ ਸਾਂਝ ਦੀ ਗੱਲ ਕੀਤੀ, ਨਾਲ ਲੈ ਕੇ ਟੁਰੇ, ਨਾਲ ਵੀ ਲੈ ਕੇ ਟੁਰਿਆ ਹੋਵੇ, ਕਿਸੇ ਨੂੰ ਫਿਕਰੀ ਸਤਹ ਦੇ ਉੱਤੇ ਤਕਸੀਮ ਨਾ ਕੀਤਾ ਹੋਵੇ। हिंदू ना नहीं हम मुसलमान, भय नरिंजन ताजमी माँ, या फिर शिया सुन्नी ना नहीं हम शिया, सुलह कुल का मार्ग लिया। ਸੁਲਹ ਗੁਲ। ਹੁਣ ਸੁਲਹ ਕੁਲ ਦਾ ਜਿਹੜਾ ਰਸਤਾ ਹੈ ਉਹ ਚੱਲਣ ਵਾਸਤੇ ਵੀ ਔਖਾ ਹੈ ਤੇ ਉਹਨੂੰ ਕਬੂਲ ਕਰਨਾ ਵੀ ਜਿਹੜਾ ਹੈ ਕਿ ਨਹੀਂ, ਔਰ ਉਹਦਾ ਪ੍ਰਚਾਰ ਕਰਨਾ ਵੀ ਜਿਹੜਾ ਉਹ ਉਸ ਤੋਂ ਔਖਾ ਹੈਗਾ। ਇਹ ਜਿਹੜਾ ਤੰਗ ਜ਼ਹਿਨੀ ਵਾਲਾ ਜਿਹੜਾ ਸਮਾਜ ਹੈ, ਤੰਗ ਨਜ਼ਰੀ ਵਾਲਾ ਜਿਹੜਾ ਸਮਾਜ ਹੈ, ਇਹਦੇ ਵਿੱਚ ਤੁਸੀਂ ਜਦੋਂ ਇਹ ਚੀਜ਼ਾਂ ਲੈ ਕੇ ਚੱਲਦੇ ਜੇ ਨਾ, ਫਿਰ ਤੁਹਾਡੀ ਅਹਿਮੀਅਤ ਦੂਸਰੀ ਹੋ ਜਾਂਦੀ। ਫਿਰ ਤੁਸੀਂ ਆਮ ਪੀਰ ਫਕੀਰ ਨਹੀਂ ਰਹਿੰਦੇ, ਤੁਸੀਂ ਬਾਬੇ ਬਣਦੇ ਹੋ। ਔਰ ਇੱਥੇ ਸਿਰਫ 3 ਬਾਬੇ ਜੇ ਇਸ ਖਿੱਤੇ ਨੇ, ਤਿੰਨ ਸੂਫੀਆ ਨੂੰ ਬਾਬਾ ਆਖਿਆ ਹੈਗਾ, ਕਿਸੇ ਹੋਰ ਨੂੰ ਨਹੀਂ ਕਿਹਾ ਹੈਗਾ। ਬਾਬਾ ਫਰੀਦ, ਬਾਬਾ ਨਾਨਕ ਔਰ ਬਾਬਾ ਬੁੱਲਾ। ਕਿਸੇ ਹੋਰ ਦਾ ਕਿਸੇ ਜਗ੍ਹਾ ਦੇ ਉੱਤੇ ਬਤੌਰ ਬਾਬਾ ਕਬੂਲੀਅਤ ਹੀ ਨਹੀਂ ਹੈ। ਸਿਰਫ ਇਹ 3 ਬਾਬੇ ਨੇ ਜਿਨ੍ਹਾਂ ਨੂੰ ਔਰ ਇਹਨਾਂ ਨੂੰ ਇਸੇ ਲਈ ਕਬੂਲਿਆ ਜਾਂਦਾ ਹੈ ਕਿ ਵੀ ਇਹਨਾਂ ਨੇ ਬੁਨਿਆਦੀ ਤੌਰ ਤੇ ਸੁਲਹ ਕੁਲ ਦੀ ਗੱਲ ਕੀਤੀ, ਇਨਸਾਨ ਦੋਸਤੀ ਦੀ ਗੱਲ ਕੀਤੀ ਔਰ ਇਨਸਾਨ ਦੀ ਉਚਾਈ ਔਰ ਵਡਿਆਈ ਲਈ ਪ੍ਰਚਾਰ ਕੀਤੇ ਸਾਰੇ। ਬੇਸ਼ੱਕ। ਅੱਛਾ, ਤੁਸੀਂ ਬੁੱਲੇ ਸ਼ਾਹ ਦੀ ਤਫਸੀਲੀ ਉਹਦੇ ਬਾਰੇ ਫਿਕਰ ਦੇ ਹਵਾਲੇ ਨਾਲ, ਫਨ ਦੇ ਹਵਾਲੇ ਨਾਲ ਗੱਲ ਕੀਤੀ। ਅੱਛਾ, ਬਾਜ਼ ਲੋਕ ਉਹਨਾਂ ਨੂੰ ਜਿਹੜਾ ਹੈ ਉਹ ਤਰੱਕੀ ਪਸੰਦ ਸ਼ਾਇਰ ਵੀ ਕਹਿੰਦੇ ਨੇ, ਕਿਉਂਕਿ ਅਸੀਂ ਬੁੱਲੇ ਸ਼ਾਹ ਦੀ ਹੀ ਗੱਲ ਕਰ ਰਹੇ ਹਾਂ, ਤੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਅਸਲ 'ਚ ਨਾ ਬੇਟਾ, ਜਿਤਨੇ ਵੀ ਸੂਫੀ ਹੁੰਦੇ ਨੇ ਨਾ, ਖਾਸ ਤੌਰ ਤੇ ਮੈਂ ਸੂਫੀ ਦਾ ਲਫ਼ਜ਼ ਇਸਤੇਮਾਲ ਕਰਨਾ, ਜਾਂ ਜਿਤਨੇ ਸਾਡੇ ਆ ਪੈਗੰਬਰ ਆਏ ਨੇ, ਇਹ ਬੁਨਿਆਦੀ ਤੌਰ ਤੇ ਤਰੱਕੀ ਪਸੰਦ ਹੁੰਦੇ ਨੇ। ਅਗਰ ਉਹ ਤਰੱਕੀ ਪਸੰਦ ਦੀ ਜਾਂ ਰੋਸ਼ਨ ਖਿਆਲੀ ਵੱਲ ਨਹੀਂ ਜਾਂਦੇ, ਜਮੂਦ ਜਿਹੜੇ ਨੇ ਉਹ ਕਿਸ ਤਰ੍ਹਾਂ ਟੁੱਟ ਸਕਦੇ ਨੇ? ਜਿਹੜੀ ਸੁਸਾਇਟੀ ਦੇ ਵਿੱਚ ਫਿਕਰੀ ਸਤਹ ਦੇ ਉੱਤੇ ਤੰਗ ਜ਼ਹਿਨੀ ਆਈ ਹੋਵੇ, ਤੰਗ ਨਜ਼ਰੀ ਆਈ ਹੋਵੇ, ਉੱਤੇ ਠਹਿਰਾਓ ਹੋਵੇ, ਜਮੂਦ ਹੋਵੇ, ਜਿੰਨਾ ਚਿਰ ਤੁਸੀਂ ਰੋਸ਼ਨ ਖਿਆਲੀ ਔਰ ਤਰੱਕੀ ਪਸੰਦੀ ਵੱਲ ਨਹੀਂ ਜਾਓਗੇ, ਉਹ ਸਮਾਜ ਨੂੰ ਤੋੜਨ ਦਾ ਰਸਤਾ ਨਹੀਂ ਬਣਾਓਗੇ, ਉਹਨਾਂ ਚਿਰ ਤੁਸੀਂ ਆਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੋ ਸਕਦੇ। ਹਜ਼ੂਰ ਨਬੀ ਰਹਿਮਤ ਤੋਂ ਲੈ ਲਓ, ਉਹਨਾਂ ਨੇ ਵੀ ਤਾਂ ਉਸ ਵੇਲੇ ਜੋ ਕੁਝ ਕੀਤਾ ਸੀ, ਜਾਂ ਉਹਦੇ 'ਚੋਂ ਜਿਹੜੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਸਨ, ਉਹ ਤਾਂ ਸਾਰੀਆਂ ਤਰੱਕੀ ਪਸੰਦੀ ਸਨ। ਤਰੱਕੀ ਪਸੰਦ ਤਹਿਰੀਕਾਂ ਜਿਹੜੀਆਂ ਨੇ ਅੱਜ ਦੀਆਂ, ਮੈਂ ਅਗਰ ਇਹ ਤਫਸੀਲਨ ਮੈਂ ਇਹਦੇ 'ਤੇ ਬਿਆਸ ਨਹੀਂ ਇਸ ਵੇਲੇ ਕਰਨਾ ਚਾਹੁੰਦਾ, ਕਿ ਵੀ ਸੋਸ਼ਲਿਜ਼ਮ, ਕਮਿਊਨਿਜ਼ਮ ਦੀਆਂ ਜਿਹੜੀਆਂ ਥਿਊਰੀਆਂ ਨੇ, ਅਗਰ ਉਹ ਤੁਸੀਂ ਇਸਲਾਮ ਦੀਆਂ ਬੁਨਿਆਦੀ ਥਿਊਰੀਆਂ 'ਚ ਕੱਢ ਕੇ ਵੇਖੋ, ਕੁਰਾਨ ਪਾਕ ਦੀਆਂ, ਅਹਾਦੀਸ ਦੀਆਂ, ਸੁਨਨਤ ਰਸੂਲ ਦੀਆਂ, ਤੇ ਫਿਰ ਤੁਹਾਨੂੰ ਸਾਰੀਆਂ ਨਜ਼ਰ ਆ ਜਾਣਗੀਆਂ ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ, ਇਹ ਸਾਰੀਆਂ ਮੁਸਤਾਰ ਲੈ ਕੇ ਤੇ ਇਹਨਾਂ ਨੇ ਅਗਾਂਹ ਕੰਮ ਟੋਰਿਆ ਹੈਗਾ ਆਪਣਾ। ਤਰੱਕੀ ਪਸੰਦੀ ਕੀ ਹੈ? ਜਮੂਦ ਤੋਂ ਅੱਗੇ ਵਧਣਾ ਹੈ ਤੁਸੀਂ, ਯਾਨੀ ਜਿਹੜਾ ਠਹਿਰਾਓ ਹੈ ਸੁਸਾਇਟੀ ਦੇ ਵਿੱਚ, ਜਿਹੜਾ ਇਰਤਕਾਈ ਅਮਲ ਰੁਕਿਆ ਹੋਇਆ ਹੈ, ਉਹਨੂੰ ਜਦੋਂ ਤੁਸੀਂ ਇਰਤਕਾਈ ਅਮਲ ਦੇ ਵਿੱਚ ਸ਼ਾਮਲ ਹੋਣਾ ਹੈ ਤੇ ਫਿਰ ਤੁਸੀਂ ਤਰੱਕੀ ਪਸੰਦ ਜੇ ਤੁਸੀਂ ਉਹਦੇ ਨਾਲ ਹੀ ਸਟੇਟਸ ਕੋ ਦਾ ਹਿੱਸਾ ਬਣ ਜਾਣਾ ਤੇ ਫਿਰ ਤਾਂ ਤਰੱਕੀ ਪਸੰਦੀ ਨਹੀਂ ਹੋ ਸਕਦੀ ਨਾ, ਫਿਰ ਤਾਂ ਤੁਸੀਂ ਸਟੇਟਸ ਕੋ ਦੇ ਨੁਮਾਇੰਦੇ ਹੋ ਨਾ। ਐਸੇ ਲਈ ਮੈਂ ਕਹਿੰਦਾ ਕਿ ਵੀ ਜਿਤਨੇ ਨਬੀ ਆਏ ਨੇ, ਜਿਤਨੇ ਅਵਤਾਰ ਆਏ ਨੇ,
जितने वली ने सूफी ने ये सारे बुनियादी तौर पे तरक्की पसंद होंगे ने। अगर इन्हों अगर असीं दूसरा लफ्ज़ दईए तो रेवोल्यूशनरी होंगे ने, इनकलाबी होंगे ने। इनकलाब दियाँ भी तो अगे कई शक्लां बननियां ने ना, तहजीबी, सकाफती और तारीखी इंसानी सोसाइटी जिहड़ी है ਉਹਦੇ ਵਿੱਚ ਮੁਆਸ਼ਰਤੀ ਰਵੱਈਏ ਜਿਹੜੇ ਨੇ, ਅਕਦਾਰ ਨੇ ਜਿਹੜੀਆਂ, ਉਹਨਾਂ ਸਾਰੀਆਂ ਦੀ ਜਦੋਂ ਤੁਸੀਂ ਨਫੀ ਕਰਦੇ ਹੋ ਤੇ ਇਹ ਨਫੀ ਦਾ ਮਤਲਬ ਇਹ ਰੈਵੋਲੂਸ਼ਨ ਵੱਲ ਜਾਣ ਵਾਲੀ ਗੱਲ ਹੈ ਨਾ। ਕੋਈ ਵੀ ਦਾਨਿਸ਼ਵਰ, ਈਵਨ ਮੈਂ ਤਾਂ ਕਹਿੰਦਾ ਕਿ ਸਾਇੰਸਦਾਨ ਵੀ ਜਿਹੜੇ ਹੁੰਦੇ ਨੇ ਨਾ, ਉਹ ਵੀ ਬੁਨਿਆਦੀ ਤੌਰ ਤੇ ਰੌਸ਼ਨ ਖਿਆਲੀ ਚੋਂ ਨਿਕਲ ਕੇ ਜਾਂ ਉਹਦੇ ਪੈਰਾਂ ਤੇ ਪੈਰ ਰੱਖ ਕੇ ਤੇ ਤਰੱਕੀ ਪਸੰਦੀ ਵੱਲ ਜਾਂਦੇ ਨੇ। ਅਗਰ ਉਹ ਨਹੀਂ ਜਾਂਦੇ ਤੇ ਫਿਰ ਉਹ ਜ਼ਿੰਦਾ ਨਹੀਂ ਰਹਿੰਦੇ, ਉਹ ਮਰ ਮੁੱਕ ਜਾਂਦੇ ਨੇ ਤਾਰੀਖ ਦੇ ਵਿੱਚ ਹੀ। ਠੀਕ ਹੋ ਜ਼ਿੰਦਾ ਤਾਂ ਉਹ ਹੀ ਰਹਿਣਗੇ ਨਾ ਜੀ ਜੀ, ਜਿਨ੍ਹਾਂ ਨੇ ਕੁਝ ਤਬਦੀਲੀ ਦੀ ਗੱਲ ਕੀਤੀ ਹੋਵੇਗੀ ਜਾਂ ਕੁਝ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਜੋਤ ਕੀਤਾ ਹੋਵੇਗਾ। ਹੁਣ ਤੁਸੀਂ ਦੇਖੋ ਨਾ ਕਿ ਕਿੱਡੀ ਇੱਕ ਬੋਲੀ ਮੈਨੂੰ ਯਾਦ ਆ ਰਹੀ ਹੈ ਹੁਣ। ਰਿਆਸਤ ਦੇ ਆਪਣੇ ਇੱਕ ਹੁੰਦੇ ਨੇ ਅਸੂਲ ਤਕਾਜ਼ੇ, ਉਹ ਸਾਡੇ ਹਾਂ ਜਿਹੜੇ ਫਰੀडम ਫਾਈਟਰ ਨੇ ਉਹਨਾਂ ਨੂੰ ਰਿਆਸਤ ਜਿਹੜੀ ਹੈ, ਕਿਉਂਕਿ ਉਹ ਰਿਆਸਤ ਦੇ ਮਫਾਦਾਤ ਦੇ ਖਿਲਾਫ ਹੁੰਦੇ ਨੇ, ਇਸ ਲਈ ਰਿਆਸਤ ਉਹਨਾਂ ਨੂੰ ਡਾਕੂ, ਚੋਰ, ਲੁਟੇਰਾ ਕਹਿੰਦੀ ਕਬੂਲ ਨਹੀਂ ਕਰਦੇ। ਔਰ ਉਹਨਾਂ ਨੂੰ ਲੋਕਾਂ ਨੂੰ ਵੀ ਇਹ ਤਾਸਰ ਦਿੰਦੀ ਹੈ ਕਿ ਵੀ ਇਹ ਡਾਕੂ ਤੇ ਚੋਰ ਲੁਟੇਰੇ ਨੇ। ਨਿਜ਼ਾਮ ਲੋਹਾਰ ਇੱਕ ਕਰੈਕਟਰ ਹੈ ਸਾਡਾ, ਉਹ ਵੀ ਸਾਡੇ ਖਿੱਤੇ ਦਾ, ਯਾਨੀ ਇਸੇ ਨਹਿਰ ਦਾ ਹੀ ਪਾਣੀ ਉੱਥੇ ਵੀ ਲੰਘਿਆ ਜਿੱਥੋਂ ਦਾ ਉਹ ਸੀ। ਜਾਮਨ ਇੱਕ ਪਿੰਡ ਹੈਗਾ, ਉਹਦੀ ਕਸੂਰ ਕਬਰ ਹੈ ਵੱਡੇ ਕਬਰਸਤਾਨ ਦੇ ਵਿੱਚ। ਹੁਣ ਉਹਦੇ ਬਾਰੇ ਹੁਣ ਦੇਖੋ ਨਾ ਤੁਸੀਂ ਕਿ ਵੀ ਇੱਕ ਤਾਂ ਰਿਆਸਤ ਹੈ, ਦੂਸਰੇ ਪਾਸੇ ਫਰਦ ਹੈ ਜਾਂ ਆਵਾਮ ਹੈ। ਰਿਆਸਤ ਉਹਨੂੰ ਡਾਕੂ ਕਹਿ ਰਹੀ ਹੈ, ਫਰਦ ਉਹਨੂੰ ਆਪਣਾ ਮਹਿਬੂਬ ਸਮਝ ਰਹੀ ਹੈ ਔਰ ਆਵਾਜ਼ ਦੇ ਰਹੀ ਉਹਨੂੰ, ਰੇਤੀ ਫੇਰ ਨਿਜ਼ਾਮ ਲੁਹਾਰਾ, ਜੰਦਰਾ ਜੰਗਾਲ ਖਾ ਗਿਆ। ਇਹ ਹੁਣ ਇੱਕ ਫੋਕ ਵਿਜ਼ਡਮ ਹੈ ਨਾ, ਅਵਾਮੀ ਦਾਨਿਸ਼ ਕਹਿ ਲਓ ਜਾਂ ਇਜਤਮਾਈ ਦਾਨਿਸ਼ ਤੋਂ ਨਿਕਲੀ ਹੋਈ ਇੱਕ ਆਵਾਜ਼ ਹੈ ਕਿ ਵੀ ਰੇਤੀ ਫੇਰ ਨਿਜ਼ਾਮ ਲੁਹਾਰਾ, ਚੰਦਰਾ ਜੰਗਾਲ ਖਾ ਗਿਆ। ਯਾਨੀ ਜਮੂਦ ਜਿਹੜਾ ਉਹ ਇੰਨਾ ਗਹਿਰਾ ਹੋ ਗਿਆ ਕਿ ਇਹਨੂੰ ਤੋੜਨ ਦੀ, ਸਾਫ਼ ਕਰਨ ਦੀ, ਜਾਂ ਜਮੂਦ ਦਾ ਜੰਦਰਾ ਜਿਹੜਾ ਹੈ ਉਹਨੂੰ ਸਾਫ਼ ਕਰਨ ਦੀ, ਉਹਨੂੰ ਤੋੜਨ ਦੀ ਲੋੜ ਹੈ ਤੇ ਇਹ ਤੂੰ ਤੋੜ ਸਕਦਾ। ਇਹ ਬੁਨਿਆਦੀ ਤੌਰ ਤੇ ਜਿਤਨਾ ਵੀ ਹੁੰਦਾ ਹੈ ਨਾ, ਵੈਸੇ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਫੋਕ ਵਿਜ਼ਡਮ ਜਿਹੜੀ ਵੀ ਹੈ ਉਹ ਹੁੰਦੀ ਤਰੱਕੀ ਪਸੰਦ ਹੈ। ਠੀਕ ਹੋ। ਅੱਛਾ, ਇਹ ਤੇ ਸ਼ੇਖ ਸਾਹਿਬ ਤੁਹਾਡੀ ਬੁੱਲੇ ਸ਼ਾਹ ਦੇ ਨਾਲ ਇੱਕ ਖਾਸ ਮੁਹੱਬਤ ਤਾਲੁਕ ਦਾ ਜਿਹੜੀ ਅਸੀਂ ਉਹ ਗੱਲ ਕੀਤੀ, ਹੁਣ ਤੁਹਾਡੇ ਬਾਰੇ ਥੋੜੀ ਜੀ ਗੱਲ ਹੋ ਜਾਵੇ। ਤੁਸੀਂ ਜਿਹੜਾ ਆਪਣਾ ਲਿਖਣ ਦਾ ਕਦੋਂ ਇਹ ਸਿਲਸਿਲਾ ਸ਼ੁਰੂ ਕੀਤਾ? ਵੈਸੇ ਤੁਸੀਂ ਮਾਸ਼ਾਅੱਲਾ ਸ਼ਾਇਰੀ ਵੀ ਕੀਤੀ, ਸਹਾਫਤ ਵੀ ਕਰ ਰਹੇ ਹੋ ਔਰ ਇਹਦੇ ਨਾਲ ਨਾਲ ਬਹੁਤ ਸਾਰੇ ਸੂਫੀਆ ਕਰਾਮ ਦਾ, ਸੂਫੀਜ਼ਮ ਨਾਲ ਤੁਹਾਡਾ ਇੱਕ ਖਾਸ ਲਗਾਓ, ਲੇਕਿਨ ਤੁਸੀਂ ਜਦੋਂ ਲਿਖਿਆ ਕਿਸ ਚੀਜ਼ ਨੂੰ ਲਿਖਿਆ? ਸ਼ਾਇਰੀ ਕੀਤੀ ਪਹਿਲੇ ਸ਼ੁਰੂ ਔਰ ਕਿਸ ਉਮਰ 'ਚ ਸ਼ੁਰੂ ਕੀਤੀ? ਇਹ ਨਾ ਕੋਈ 74-75 ਦੀ ਗੱਲ ਹੈ। ਐਵੇਂ ਮੈਂ ਪੜ੍ਹਿਆ ਪੁੜਿਆ ਮੈਂ ਐਡਾ ਕੋਈ ਨਹੀਂ ਹੈਗਾ। ਐਕੈਡਮਿਕ ਜਿਹੜੀ ਐਜੂਕੇਸ਼ਨ ਹੈ ਨਾ ਉਹ ਮੈਨੂੰ ਕਿਸੇ ਵਜ੍ਹਾ ਤੋਂ ਨਹੀਂ ਮਿਲੀ, ਜਾਂ ਮੇਰਾ ਮਾਹੌਲ ਐਸਾ ਨਹੀਂ ਸੀ। ਸ਼ੇਖ ਪੁੱਤਰ ਸੇ ਉਹ ਜਿਵੇਂ ਕਹਿੰਦੇ ਹੈਗੇ ਨੇ ਕਿ ਵੀ ਮਾਪੇ ਕਹਿੰਦੇ ਨੇ ਵੀ ਇਹਨੂੰ 5 ਹਿਸਾਬ ਕਿਤਾਬ ਆ ਗਿਆ ਨਾ, ਦੁਕਾਨ ਤੇ ਹੁਣ ਦੁਕਾਨ ਤੇ ਕੋਈ ਕੰਮ ਬਾਤ ਤੇ ਦੁਕਾਨ ਵੀ ਮੈਂ ਕੀਤੀ ਪਰ ਮੈਥੋਂ ਨਹੀਂ ਕਦੀ ਹੋਈ। ਪਤਾ ਨਹੀਂ ਕੋਈ ਕੰਮ ਇੱਥੇ ਮੈਨੂੰ ਆ ਕੇ ਨਾ ਕਦੀ ਕਦੀ ਨਾ ਬਾਅਦ ਔਕਾਤ ਮੈਨੂੰ ਯਕੀਨ ਹੋ ਜਾਂਦਾ ਹੈ ਕਿ ਕੁਛ ਲੋਕ ਕੁਛ ਕੰਮ ਲਈ ਹੁੰਦੇ ਨੇ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਹੁੰਦਾ ਹੈ। ਹੁਣ ਮੈਨੂੰ ਇੱਕ ਤਾਂ ਇਹ ਕਿ ਵੀ ਚਲੋ ਜੀ ਅੱਲਾ ਮੀਆਂ ਨੇ ਮੇਰੇ ਤੋਂ ਕੋਈ ਕੰਮ ਲੈਣਾ ਸੀ, ਲੇਕਿਨ ਹੁਣ ਜਿਹੜੀ ਗੱਲ ਮੈਨੂੰ ਮਹਿਸੂਸ ਹੁੰਦੀ ਹੈ ਨਾ ਉਹ ਇਹ ਹੈ ਕਿ ਵੀ ਜਿਵੇਂ ਬੁੱਲੇ ਸ਼ਾਹ ਨੇ ਮੇਰੇ ਕੋਲੋਂ ਕੰਮ ਲੈਣਾ ਸੀ ਔਰ ਬੁੱਲੇ ਸ਼ਾਹ ਨੇ ਮੇਰੇ ਕੋਲੋਂ ਸਾਰੇ ਕੰਮ ਕਰਵਾ ਲਏ। ਕਦੀ ਕਦੀ ਮੈਂ ਇਸ ਗੱਲ 'ਤੇ ਯਕੀਨ ਕਰਨ ਲੱਗ ਪੈਂਦਾ ਕਿ ਵੀ ਇਹ ਹੈ, ਵਰਨਾ ਬੜੇ ਬੜੇ ਪੜ੍ਹੇ ਲਿਖੇ ਔਰ ਡਾਕਟਰ PhDਆਂ ਤੇ ਸਾਰੇ ਕੁਝ ਬਹਿ, ਲੇਕਿਨ ਅੱਛਾ ਇਹਦੇ 'ਚ ਨਾ ਇੱਕ ਬੁਨਿਆਦੀ ਨੁਕਤਾ ਵੀ ਹੈ। ਇੱਕ ਇਲਮ ਉਹ ਹੁੰਦਾ ਜਿਹੜਾ ਤੁਸੀਂ ਕਿਤਾਬਾਂ 'ਚੋਂ ਲੈਂਦੇ ਜੇ, ਇੱਕ ਇਲਮ ਹੈ ਜਿਹੜਾ ਤਜਰਬੇ ਔਰ ਮੁਸ਼ਾਹਿਦੇ 'ਚ ਆਉਂਦਾ ਹੈ, ਇੱਕ ਇਲਮ ਉਹ ਹੈ ਜਿਹੜਾ ਸੁਸਾਇਟੀ ਤੁਹਾਨੂੰ ਦਿੰਦੀ ਹੈ।
ਇਨਸਾਨ ਦੀ ਤਖਲੀਕ ਵੀ ਜਿਹੜੀ ਹੈ ਨਾ, ਉਹਦੇ ਵਿੱਚ ਵੀ ਇਹ ਬੁਨਿਆਦੀ ਕਿਰਦਾਰ ਹੁੰਦੇ ਨੇ। ਯਾਨੀ ਸੁਸਾਇਟੀ, ਘਰ, ਮਾਹੌਲ, ਔਰ ਉਸ ਤੋਂ ਬਾਅਦ ਤੁਹਾਡਾ ਤਜਰਬਾ ਔਰ ਮੁਸ਼ਾਹਿਦਾ ਜਿਹੜਾ ਉਹ ਕੰਮ ਕਰਦਾ ਹੈਗਾ। ਇੱਥੇ ਮੈਨੂੰ ਅਹਿਸਾਸ ਹੈ ਆਪਣੀ ਜ਼ਾਤ ਦੇ ਹਵਾਲੇ ਨਾਲ ਕਿ ਮੈਨੂੰ ਕੁਦਰਤ ਨੇ ਕੁਝ ਕੰਮ ਲੈਣ ਵਾਸਤੇ ਇੱਕ ਕੁਵਤ ਦਿੱਤੀ ਵਿਜਦਾਨ ਦੀ। ਮੈਂ ਉਹ ਚੀਜ਼ਾਂ ਮੇਰੇ ਵਿਜਦਾਨ 'ਚ ਆ ਜਾਂਦੀਆਂ ਨੇ ਜਿਹੜੀਆਂ ਮੈਂ ਕਦੀ ਕਦੀ ਖੁਦ ਵੀ ਪੜ੍ਹ ਕੇ ਆਪ ਵੀ ਹੈਰਾਨ ਹੋ ਜਾਂਦਾ ਕਿ ਵੀ ਸੁਣਾਂਗੇ ਵੀ ਤੁਹਾਡੇ ਕੋਲੋਂ ਅਸੀਂ। ਅੱਛਾ, ਇਹ ਆਪਣੀ ਜਗ੍ਹਾ ਤੇ ਰਹਿੰਦੀਆਂ ਨੇ ਚੀਜ਼ਾਂ, ਲੇਕਿਨ ਅਸਲ ਚੀਜ਼ ਜਿਹੜੀ ਹੈ ਉਹ ਤੁਹਾਡਾ ਅਹਿਸਾਸ ਹੈ ਕਿ ਵੀ ਤੁਸੀਂ ਕਿਸੇ ਅਹਿਸਾਸ 'ਚ ਪੈਦਾ ਹੋਏ ਔਰ ਕਿਹਦੇ 'ਚ ਲਿਵ ਕੀਤਾ ਔਰ ਕਿਹਦੇ ਵੱਲ ਤੁਹਾਡਾ ਸਫ਼ਰ ਜਿਹੜਾ ਹੈ ਕਿ ਨਹੀਂ ਉਹ ਜਾਰੀ ਹੁੰਦਾ ਹੈ। ਅੱਜ ਅਗਰ ਮੇਰੀ ਉਮਰ ਇੰਨੀ ਹੋ ਗਈ ਹੈ, 17-32 ਚੱਲੇ ਹਾਂ, ਤੇ ਇਹਦਾ ਮਤਲਬ ਇਹ ਹੈਗਾ ਕਿ ਵੀ ਮੈਨੂੰ ਕੁਦਰਤ ਨੇ ਕੁਝ ਦਿੱਤਾ ਸੀ, ਔਰ ਉਹ ਦਿੱਤਾ ਵੀ ਇਸ ਲਈ ਸੀ ਕਿ ਮੈਂ ਉਹਦਾ ਰਿਜ਼ਲਟ ਜਿਹੜਾ ਨਾ ਉਹ ਕੁਦਰਤ ਨੂੰ ਦੇਣਾ ਹੈ। ਜਾਂ ਬੁੱਲੇ ਸ਼ਾਹ ਨੇ ਅਗਰ ਮੈਨੂੰ ਕੁਝ ਦਿੱਤਾ ਸੀ ਤੇ ਮੈਂ ਉਹਦਾ ਰਿਜ਼ਲਟ ਆਪਣੇ ਬੁੱਲੇ ਸ਼ਾਹ ਨੂੰ ਦੇਣਾ ਹੈ। ਤੇ ਜੇ ਉਹ ਮੈਂ ਨਹੀਂ ਦੇ ਸਕਿਆ ਤਾਂ ਫਿਰ ਤਾਂ ਮੇਰੇ ਤੇ ਨਾ ਹੋਇਆ। ਉਹ ਬੜੀ ਅੱਛੀ ਉਹਨੇ ਇੱਕ ਖਾਕਾਨ ਨੇ ਨਾ, ਖਾਕਾਨ ਹੈਦਰ ਗਾਜ਼ੀ, ਉਹਨਾਂ ਨੇ ਮੇਰੀ ਕਿਤਾਬ 'ਚ ਲਿਖਿਆ ਤੇ ਉਹ ਕਹਿੰਦਾ ਇੰਝ ਲੱਗਦਾ ਕਿ ਜਿਵੇਂ ਨਾ ਇਹਨੇ ਬੁੱਲੇ ਸ਼ਾਹ ਨੂੰ ਨਹੀਂ, ਬੁੱਲੇ ਸ਼ਾਹ ਨੇ ਇਹਨੂੰ ਫੜਿਆ ਹੈ ਕਿ ਉਹ ਇਹਦੇ ਤੋਂ ਕੰਮ ਲੈ ਰਿਹਾ। ਕੁੰਡੀ ਐਸੀ ਹੁੰਦੀ ਹੈ ਅਸਲ 'ਚ। ਹੁਣ ਮੈਨੂੰ ਨਾ ਇੰਝ ਯਕੀਨ ਹੋ ਜਾਂਦਾ, ਫ਼ਕਰ ਦੇ ਵਿੱਚ ਵੀ ਨਾ ਮੁਖਤਲਿਫ ਰਵੱਈਏ ਨੇ, ਨਜ਼ਰੀਏ ਨੇ। ਇੱਕ ਜਗ੍ਹਾ 'ਤੇ ਆ ਕੇ ਐਸੀ ਕੁੰਡੀ ਪਾ ਦਿੰਦਾ ਹੈ ਕਿ ਤੁਸੀਂ ਚੋਰੋ ਕੁਤਬ ਬਣਾ ਦਿੰਦੇ ਵਾਲੀ ਜਿਹੜੀ ਗੱਲ ਹੁੰਦੀ ਹੈ ਨਾ ਕਿ ਵੀ ਕਿੱਧਰ ਦਾ ਬੰਦਾ। ਅੱਛਾ, ਫੜਦਾ ਵੀ ਉੱਥੇ ਜਿੱਥੇ ਇੰਤਹਾ ਹੋਵੇ। ਇੰਤਹਾ 'ਤੇ ਖੜਾ ਬੰਦਾ ਜਿਹੜਾ ਹੈ ਉਹ ਇੰਤਹਾ ਵੱਲ ਜਾਂਦਾ ਹੈ। ਯਾਨੀ ਇੱਕ ਪਾਸੇ ਕੁਫਰ ਹੈ ਤੇ ਜੇ ਉਹ ਕੁਫਰ ਛੱਡ ਕੇ ਤੇ ਰਾਸਤੀ 'ਚ ਆਉਂਦਾ ਤੇ ਉਨੀ ਸ਼ਿੱਦਤ ਨਾਲ ਹੀ ਆਉਂਦਾ ਹੈ। ਜਿੰਨੀ ਸ਼ਿੱਦਤ ਉਹਦੇ ਅੰਦਰ ਕੁਫਰ ਦੀ ਹੁੰਦੀ ਹੈ ਨਾ, ਉਨੀ ਰਾਸਤੀ ਦੀ ਆਉਂਦੀ ਹੈ। ਔਰ ਇਹ ਫ਼ਕਰ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੀ ਹੈ। ਜਾਂ ਸੂਫੀਆ ਦਾ ਕੰਮ ਵੀ ਜਿਹੜਾ ਹੈ ਨਾ ਉਹ ਅਸਲ 'ਚ ਕੁਛ ਨਹੀਂ ਕਰਦੇ ਹੁੰਦੇ। ਇਹ ਵੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਬੇਟਾ, ਉਹ ਕਰਦੇ ਕੁਛ ਨਹੀਂ ਗੇ ਨਾ, ਉਹ ਕਹਿੰਦੇ ਨੇ ਕਿਸੇ ਨੂੰ। ਮੈਂ ਤੁਸੀਂ ਤਾਰੀਖ ਵਾਸਤੇ ਬੜੇ ਕਿਹਾ ਜਾਂਦਾ ਜੀ ਕਿ ਇਹ ਸਾਰਾ ਇੱਥੇ ਜਿਹੜਾ ਇਸਲਾਮ ਹੈ ਉਹ ਸੂਫੀਆ ਦੀ ਵਜ੍ਹਾ ਨਾਲ ਹੈ। ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੇ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਹੋਇਆ। ਉਹ ਤਾਂ ਉਹਨੂੰ ਤਸਲੀਮ ਕਰ ਰਹੇ ਨੇ ਬਤੌਰ ਹਿੰਦੂ ਵੀ ਤੇ ਬਤੌਰ ਸਿੱਖ ਵੀ ਜਾਂ ਬਤੌਰ ਪਾਰਸੀ ਵੀ ਜਾਂ ਜਿਹੜਾ ਵੀ ਉਹਨਾਂ ਦਾ ਨੁਕਤਾ ਨਜ਼ਰ ਹੈ, ਉਹਨੂੰ ਐਕਸੈਪਟ ਕਰਕੇ ਆਪਣੇ ਕੋਲ ਬਿਠਾਉਂਦੇ ਨੇ ਨਾ। ਖਾਜਾ ਨਿਜ਼ਾਮੁਦੀਨ ਔਲੀਆ ਦੀ ਇੱਕ ਬੜੀ ਖੂਬਸੂਰਤ ਹੈ ਕਿ ਵੀ ਜਿਸ ਦਿਨ ਨਾ ਉਹਨਾਂ ਦੇ ਦਰਗਾਹ ਦੇ ਵਿੱਚ ਜਾਂ ਜਿਹੜੀ ਖਾਨਕਾ ਬਣਾਈ ਸੀ ਉਹਨਾਂ ਨੇ, ਉਹਦੇ ਵਿੱਚ ਕੋਈ ਹਿੰਦੂ ਹੁੰਦਾ ਸੀ ਨਾ, ਉਸ ਦਿਨ ਉਹ ਮਨਾ ਕਰ ਦਿੰਦੇ ਸਨ ਕਿ ਵੀ ਅੱਜ ਤੁਸੀਂ ਮਾਸ ਨਹੀਂ ਪਕਾਉਣਾ, ਗੋਸ਼ਤ ਨਹੀਂ ਪਕਾਉਣਾ ਹੈਗਾ, ਕਿਉਂਕਿ ਉਹਦੀ ਜਿਹੜੀ ਸੈਲਫ ਜਿਹੜੀ ਕੀ ਤੁਸੀਂ ਕਹਿ ਸਕਦੇ ਜੀ ਅਨਾ ਹੈ ਜਿਹੜੀ ਉਹ ਨਾ ਮਜਰੂਹ ਹੋ ਗਿਆ। ਇੱਕ ਪਾਸੇ ਤਾਂ ਇਹ ਐਕਸੈਪਸ਼ਨ ਹੈ ਕਿ ਵੀ ਇਸ ਤਰ੍ਹਾਂ ਤਸਲੀਮ ਕੀਤਾ ਜਾ ਰਿਹਾ। ਹੁਣ ਬਾਬਾ ਫਰੀਦ ਦੇ ਹਾਂ ਮੀਟਿੰਗਸ ਜਿਹੜੀਆਂ ਹੁੰਦੀਆਂ ਸਨ ਉਹਦੇ ਵਿੱਚ ਪੰਡਤ ਵੀ ਬੈਠੇ ਹੁੰਦੇ ਸਨ ਜਾਂ ਹਿੰਦੂ ਜਿਹੜੇ ਇਹ ਹੁਣ ਸਵਾਲ ਤਾਂ ਇਹ ਹੈ ਨਾ ਕਿ ਵੀ ਅਗਰ ਉਹ ਬੈਠੇ ਸਨ ਤੇ ਉਹਨਾਂ ਦੇ ਦਰਮਿਆਨ ਗੁਫ਼ਤਗੂ ਕੀ ਹੁੰਦੀ ਸੀ? ਕਿਆ ਉਹ ਇੱਕ ਦੂਸਰੇ ਨੂੰ ਕਹਿੰਦੇ ਹੋਣਗੇ ਕਿ ਵੀ ਤੂੰ ਹਿੰਦੂ ਮੁਸਲਮਾਨ ਹੋ ਜਾ, ਤੂੰ ਸਿੱਖ ਹੋ ਜਾ, ਤੂੰ ਫਲਾਂ ਹੋ ਜਾ, ਫਲਾਂ ਹੋ ਜਾ? ਨਹੀਂ, ਉਹ ਜਿਹੜੀ ਗੁਫ਼ਤਗੂ ਸੀ ਉਹਨਾਂ ਦੀ ਉਹ ਵਹਦਤ ਔਰ ਇਨਸਾਨ ਦੀ ਸੀ। ਯਾਨੀ ਅੱਲਾ ਔਰ ਇਨਸਾਨ ਦੇ ਦਰਮਿਆਨ ਤਾਲੁਕ ਦੀ ਗੁਫ਼ਤਗੂ ਹੁੰਦੀ ਸੀ। ਜੰਗਲ ਜੰਗਲ ਕਿਆ ਫਿਰੇ, ਜੰਗਲ ਜੰਗਲ ਕਿਆ ਢੂੰਡੇ ਬਾਨਕੰਡਾ ਮੋੜੇ। ਬਈ ਅਸਲ ਚੀਜ਼ ਤਾਂ ਹੈਗੀ ਹੈ ਕਿ ਵੀ ਵਸੀ ਰੱਬ ਹਿਆਲੀ ਹੈ। ਅਸਲ ਗੱਲ ਤਾਂ ਇਹ ਹੈ ਨਾ, ਰੱਬ ਅੰਦਰੋਂ ਮਿਲਦਾ ਭੁੱਲੀ ਫਿਰੇ ਲੁਕਾਈ। ਤਲਾਸ਼ ਤਾਂ ਇੱਥੋਂ ਦੀ ਹੈ ਨਾ। ਇਹਨੂੰ ਤਸਖੀਰੇ ਜ਼ਾਤ ਵੀ ਕਹਿ ਲਓ, ਨਫੀਏ ਜ਼ਾਤ ਵੀ ਕਹਿ ਲਓ, ਤਲਾਸ਼ੇ ਜ਼ਾਤ ਵੀ ਕਹਿ ਲਓ। ਜੋ ਮੁਖਤਲਿਫ ਮਰਾਹਲ ਨੇ ਕਰਦੇ ਜੋ ਹੁੰਦੇ ਜਾਣ, ਲੇਕਿਨ
ਜਿਹੜੀ ਅਸਲ ਚੀਜ਼ ਹੈ ਨਾ ਕਿ ਵੀ ਉਹ ਹੁਣ ਕਹਿ ਦੇਣਾ ਕਿ ਵੀ ਉਹਨੇ ਇੰਨਾ ਕੀਤੇ ਉਹਨੇ ਐਨੇ ਬਈ ਉਹ ਤਾਂ ਸੁਲਹ ਕੁਲ ਦੇ ਬੰਦੇ ਨੇ, ਉਹਨਾਂ ਨੇ ਤਾਂ ਮੁਸਲਮਾਨ ਕਰਨ ਵਾਸਤੇ ਲੋਕਾਂ ਨੂੰ ਕਿਹਾ ਹੀ ਨਹੀਂ ਹੋਇਆ। ਸਿਰਫ ਆਪਣਾ ਅਮਲ, ਆਪਣਾ ਕਿਰਦਾਰ ਉਹਨਾਂ ਦੇ ਸਾਹਮਣੇ ਰੱਖਿਆ, ਆਪਣੀ ਤਾਲੀਮ ਉਹਨਾਂ ਦੇ ਸਾਹਮਣੇ ਰੱਖੀ, ਔਰ ਉਹ ਉਹਦੇ ਤੋਂ ਮੁਤਾਸਰ ਹੋ ਕੇ ਅਮਲਨ ਕਿਸੇ ਨੂੰ ਨਹੀਂ ਕਿਹਾ ਹੈਗਾ। ਇਹ ਬੜੀ ਅਜੀਬ ਜੀ ਨਾ ਅਸਲ ਦੇ ਵਿੱਚ ਸਾਡੇ ਹਾਂ ਇਹ ਮੁਲਾਈਅਤ ਦਾ ਫੈਲਾਇਆ ਇੱਕ ਜਾਲ ਹੈ ਜਿਹਦੇ ਵਿੱਚ ਅਸੀਂ ਵੀ ਫਸੇ ਹਾਂ, ਔਰ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਅਸੀਂ ਖੁਦ ਕੀ ਆ। ਅਸਲ ਗੱਲ ਤਾਂ ਖੁਦ ਤੋਂ ਸ਼ੁਰੂ ਹੋਣੀ ਨਾ। ਖੁਦ ਫਾਰਸੀ ਦਾ ਲਫ਼ਜ਼ ਹੈ ਨਾ, ਤੇ ਇਹਦੇ ਤੋਂ ਖੁਦ ਤੋਂ ਹੀ ਖੁਦਾ ਬਣਿਆ ਹੈ। ਖੁਦ ਤੋਂ ਖੁਦਾ ਦੀ ਤਲਾਸ਼ ਹੋਈ। ਠੀਕ ਹੋ ਗਿਆ। ਅੱਛਾ ਸ਼ੇਖ ਸਾਹਿਬ, ਅਸੀਂ ਬੜੇ ਦੂਰ ਪਹੁੰਚ ਕੇ ਇਹਨਾਂ ਚੀਜ਼ਾਂ ਨੂੰ, ਮੈਂ ਚਾਹੁੰਦਾ ਹਾਂ ਤੁਸੀਂ ਹੁਣ ਸਾਨੂੰ ਕੋਈ ਆਪਣਾ ਕਲਾਮ ਸੁਣਾਓ ਔਰ ਅਸੀਂ। ਯਾਰ ਗੱਲ ਸੁਣੋ, ਚਾਂਦ ਬੇਟਾ ਸ਼ਾਇਰੀ ਇੱਕ ਆਪਣੇ ਆਪਣੇ ਅਹਿਸਾਸ ਦਾ ਨਾਂ ਹੈ, ਔਰ ਇਹਦੇ ਵਿੱਚ ਹਰ ਬੰਦਾ ਜਿਹੜਾ ਹੈ ਜਿੰਨਾ ਚਿਰ ਉਹ ਸ਼ਾਇਰੀ 'ਚ ਲਿਵ ਨਹੀਂ ਕਰਦਾ ਖੁਦ, ਉਹਨਾਂ ਚਿਰ ਉਹ ਅੱਛਾ ਸ਼ੇਰ ਹੋ ਹੀ ਨਹੀਂ ਸਕਦਾ। ਇੱਕ ਗੱਲ ਤਾਂ ਇਹ ਹੈ। ਦੂਸਰੀ ਗੱਲ ਹੈਗੀ ਹੈ ਕਿ ਵੀ ਇਹਦੇ ਵਾਸਤੇ ਇਲਮ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ ਹੈ, ਤਜਰਬਾ ਆਪਣੀ ਜਗ੍ਹਾ ਤੇ, ਜੋ ਕਿ ਬਹੁਤ ਸਾਰੇ ਸ਼ਾਇਰ ਨਹੀਂ ਕਰਦੇ। ਇਹ ਨਹੀਂ, ਇਹ ਅਸੀਂ ਪੜ੍ਹਨੇ ਆ ਆਪਣੀ ਗਜ਼ਲ ਜਿਹੜੀ ਕਿ ਨਹੀਂ, ਉਸ ਮੁਸ਼ਾਇਰੇ 'ਚ ਪੜ੍ਹ ਕੇ ਤੇ ਅਸੀਂ ਕਹਿੰਦੇ ਜੀ ਅਸੀਂ ਬੜੇ ਵੱਡੇ ਸ਼ਾਇਰ। ਲੇਕਿਨ ਅਸਲ ਚੀਜ਼ ਇਹ ਨਹੀਂ ਹੈਗੀ। ਪਹਿਲੇ ਤਾਂ ਕਿਸੇ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਵੀ ਗਜ਼ਲ ਜਿਹੜੀ ਹੈ, ਮੈਂ ਵੀ ਗਜ਼ਲ ਹੀ ਕਹਿਣਾ, ਲੇਕਿਨ ਇਸ ਖਿੱਤੇ ਦੇ ਮਿਜ਼ਾਜ 'ਚ ਨਹੀਂ ਹੈ। ਇਹ ਗਜ਼ਲ ਫਾਰਸੀ ਤੋਂ ਇੱਧਰ ਆਈ, ਚੂँਕਿ ਉਹਦੀ ਵਜ੍ਹਾ ਇਹ ਸੀ ਕਿ ਵੀ ਸਾਡੇ ਹਾਂ ਜਿੰਨੀਆਂ ਤਦਰੀਸੀ ਕਿਤਾਬਾਂ ਸਨ ਉਸ ਜ਼ਮਾਨੇ 'ਚ, ਉਹ ਮਜ਼ਹਬੀ ਕਿਤਾਬਾਂ ਵੀ ਸਨ, ਉਹ ਸਾਰੀਆਂ ਫਾਰਸੀ 'ਚ ਸਨ ਜਾਂ ਅਰਬੀ 'ਚ ਸਨ। ਫਾਰਸੀ ਤੋਂ ਸਾਨੂੰ ਇੱਧਰੋਂ ਕੁਝ ਚੀਜ਼ਾਂ ਜਿਹੜੀਆਂ ਨੇ ਨਾ, ਉਹ ਜਦੋਂ ਅਸੀਂ ਉੱਧਰ ਦੇ ਫਾਰਸੀ ਜਿਹੜੇ ਸ਼ੁਅਰਾ ਸਨ ਉਹਨਾਂ ਨੂੰ ਪੜ੍ਹਿਆ, ਸੂਫੀਆ ਨੂੰ ਪੜ੍ਹਿਆ, ਤੇ ਉਧਰੋਂ ਸਾਨੂੰ ਇਹਦਾ ਅਹਿਸਾਸ ਹੋਇਆ ਕਿ ਵੀ ਇੱਕ ਗਜ਼ਲ ਵੀ ਹੈ, ਔਰ ਇਹ ਗਜ਼ਲ ਸ਼ੁਰੂ ਵੀ ਮੁਸਲਮਾਨਾਂ ਨੇ ਕੀਤੀ ਹੋਈ ਹੈ ਇੱਥੇ। ਠੀਕ, ਉਹ ਇਸ ਲਈ ਕਿ ਵੀ ਉਹ ਫਾਰਸੀ ਤੋਂ ਇਹਨਾਂ ਨੂੰ ਮਿਲੀ। ਬਾਕੀ ਅਸਲ ਜਿਹੜੀ ਇਹਦੀ ਇਹ ਹੁੰਦੀ ਹੈ ਜਦੋਂ ਇਰਾਨੀ ਇੱਥੇ ਆਉਂਦੇ ਨੇ ਹਮਾਯੂੰ ਦੇ ਦੌਰ ਦੇ ਵਿੱਚ, ਜਦੋਂ ਹਮਾਯੂੰ ਵਾਪਸ ਆਪਣਾ ਤਖਤ ਲੈਣ ਦੀ ਆਉਂਦਾ ਹੈ, ਤੇ ਉਹਦੇ ਨਾਲ ਹੀ ਫਾਰਸੀ ਜ਼ਿਆਦਾ ਆਈ, ਔਰ ਉਸੇ ਫਾਰਸੀ ਤੋਂ ਫਿਰ ਇਹ ਸਾਡੀ ਉਰਦੂ ਬਣੀ। ਠੀਕ ਹੋ। ਉਰਦੂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਆਈਆਂ ਉਹ ਸਾਰੀਆਂ ਫਾਰਸੀ ਦੀਆਂ ਮਤਲਬ ਉਦਾਹਰਨ ਨੇ। ਉਰਦੂ ਜ਼ੁਬਾਨ ਵੀ ਬੁਨਿਆਦੀ ਤੌਰ 'ਤੇ ਇੱਕ ਬੜਾ ਅਜੀਬ ਮਸਲਾ ਹੈਗਾ। ਹੁਣ ਜੇ ਮੈਨੂੰ ਗੱਲ ਛੇੜ ਹੀ ਦਿੱਤੀ ਹੈ ਤੂੰ, ਨਹੀਂ ਮੈਂ ਚਾਹੁੰਦਾ ਮੈਂ ਤੁਸੀਂ ਜਿਹੜਾ ਨਾ ਗਜ਼ਲ ਸੁਣਾਓ ਸਾਨੂੰ। ਹਾਂ, ਤੁਸੀਂ ਉਰਦੂ ਪੁਆਇੰਟ ਤੁਹਾਡਾ ਮਤਲਬ ਖਤਰੇ 'ਚ ਨਾ ਪੈ ਜਾਓ। ਨਹੀਂ ਨਹੀਂ ਐਸੀ ਕੋਈ ਨਹੀਂ। ਮੈਂ ਚਾਹੁੰਦਾ ਸਾਡੇ ਕੋਲ ਨਾ ਟਾਈਮ ਦੀ ਕੁਝ ਥੋੜੀ ਜਿਹੀ ਪਾਬੰਦੀਆਂ ਹੈਗੀਆਂ ਨੇ, ਉਹਨੂੰ ਅਸੀਂ ਨਜ਼ਰ ਵਿੱਚ ਰੱਖਦੇ ਹੋਏ। ਅਸੀਂ ਨਾ ਮੈਂ ਪਹਿਲੇ ਅਰਜ਼ ਕੀਤੀ ਨਾ ਕਿ ਇਹ ਆਪਣਾ ਆਪਣਾ ਮਿਜ਼ਾਜ ਹੈ, ਆਪਣੀ ਆਪਣੀ ਹੈ। ਇੱਕ ਅਲਾਮਤੀ ਨਿਜ਼ਾਮ ਹੁੰਦਾ ਹੈ, ਜੀ ਜੀ, ਇਸਤਾਰਾਤੀ ਨਿਜ਼ਾਮ ਹੁੰਦਾ ਹੈ ਜਿਹਦੇ ਸ਼ਾਇਰ ਹਰ ਇੱਕ ਸ਼ਾਇਰ ਕੋ ਮੁਖਤਲਿਫ ਇੱਕ ਸ਼ਾਇਰ ਤੁਹਾਡੀ ਇੱਕ ਸੋਚ ਵੀ ਡਿਫਰੈਂਟ ਹੈ, ਜ਼ਾਰੀ ਗੱਲ ਉਹ ਚੀਜ਼ਾਂ ਦਾ ਤਸਵੁਫ ਤੇ ਉਹ ਸਾਰਾ। ਨਹੀਂ, ਅਲਾਮਤੀ ਨਿਜ਼ਾਮ ਦੇ ਵਿੱਚ ਮੇਰੇ ਕੋਲ ਫਿਤਰਤ ਤੋਂ ਇਲਾਵਾ ਕੁਝ ਨਹੀਂ ਹੈਗਾ। ਮੈਂ ਫਿਤਰਤ ਨੂੰ ਜ਼ਿਆਦਾ ਸਾਹਮਣੇ ਰੱਖਦਾ। ਐਵੇਂ ਮੇਰੇ ਸਾਹਮਣੇ ਆ ਗਈ, ਮੈਂ ਛੋਟੀ ਜਿਹੀ ਤੁਹਾਨੂੰ ਸੁਣਾ ਦੇਣਾ ਗੱਲ। ਮਿਹਰਬਾਨੀ। ਆਪਣਾ ਮੇਰਾ ਹੈ ਤਰੀਕਾ, ਉਸਲੂਬ, ਢੰਗ ਵਿੱਚ ਉਹ ਤੂੰ ਮਰਜ਼ੀ ਕਹੀ ਜਾ, ਸਿਆਣਾ ਬਿਆਣਾ ਬੰਦਾ। ਲੱਗੀ ਢਾਹ ਪੁਰਾਣੀ ਵਿੱਚ, ਲੱਗੀ ਢਾਹ ਪੁਰਾਣੀ ਵਿੱਚ, ਕੰਡਾ ਮੋਇਆ ਪਾਣੀ ਵਿੱਚ। ਜ਼ਬਰਦਸਤ। ਕੰਡਾ ਮੋਇਆ ਪਾਣੀ ਵਿੱਚ। ਲੱਗੀ ਢਾਹ ਪੁਰਾਣੀ ਵਿੱਚ, ਕੰਡਾ ਮੋਇਆ ਪਾਣੀ ਵਿੱਚ, ਕੂਕਰ ਕੂਕ ਸੁਣਾਉਂਦੀ ਰਹੀ, ਕੂਕਰ ਕੂਕ ਸੁਣਾਉਂਦੀ ਰਹੀ, ਟੁੱਟੀ ਵੰਗ ਮਧਾਣੀ ਵਿੱਚ। ਅੱਖਰ ਬਾਤਾਂ ਪਾਉਂਦੇ ਨੇ, ਅੱਖਰ ਬਾਤਾਂ ਪਾਉਂਦੇ ਨੇ, ਮੁੱਕੀ ਖੇਡ ਕਹਾਣੀ ਵਿੱਚ। ਵਾਹ 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 ਵਾਹ। ਅੱਛਾ, ਫਿਰ ਸੁਫਨੇ
ਜੀਂਦੇ ਮਰਦੇ ਰਹਿ, ਸੁਪਨੇ ਜੀਂਦੇ ਮਰਦੇ ਰਹਿ, ਦੁਨੀਆ ਆਉਣੀ ਜਾਣੀ ਵਿੱਚ। ਵਾਹ ਵਾਹ। ਲੱਖ ਉਮੀਦਾਂ ਰੱਖੀਆਂ ਸਨ, ਲੱਖ ਉਮੀਦਾਂ ਰੱਖੀਆਂ ਸਨ, ਤੰਦੋ ਤੰਦ ਇਸ ਤਾਣੀ ਵਿੱਚ। ਵਾਹ ਵਾਹ ਵਾਹ। ਇਹ ਅੱਛਾ, ਕੌਣ ਹਵਾ ਵਿੱਚ ਉੱਡਦਾ ਸੀ, ਕੌਣ ਹਵਾ ਵਿੱਚ ਉੱਡਦਾ ਸੀ, ਲੁਕਿਆ ਰਾਤ ਦੀ ਰਾਣੀ ਰਾਣੀ ਵਿੱਚ। ਵਿੱਚ। ਉਮਰਾਂ ਡੁੱਬਦੇ ਤਰਦੇ ਰਹਿ, ਉਮਰਾਂ ਡੁੱਬਦੇ ਤਰਦੇ ਰਹਿ, ਰੋਟੀ ਰਿਜ਼ਕ ਮਹਾਨੀ ਵਿੱਚ। ਵਾਹ 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 ਵਾਹ, ਜ਼ਬਰਦਸਤ। ਫਿਰ ਸੁਣਾਣਾ ਇੱਕ ਦਿਨ। ਉਮਰਾਂ ਡੁੱਬਦੇ ਤਰਦੇ ਰਹਿ, ਰੋਟੀ ਰਿਜ਼ਕ ਮੁਹਾਣੀ ਵਿੱਚ। ਸੂਰਜ ਕਿਵੇਂ ਗੁਆਚ ਗਿਆ, ਸੂਰਜ ਕਿਵੇਂ ਗੁਆਚ ਗਿਆ, ਅਕਰਮ ਰਾਤ ਨਿਮਾਣੀ। ਜ਼ਬਰਦਸਤ ਜ਼ਬਰਦਸਤ, ਬਹੁਤ ਵਧੀਆ। ਬਹੁਤ ਮਿਹਰਬਾਨੀ ਸ਼ੇਖ ਸਾਹਿਬ, ਤੁਸੀਂ ਤਸ਼ਰੀਫ ਲਿਆਏ ਔਰ ਸਾਡੇ ਜਿਹੜੀਆਂ ਐਡੀਆਂ ਸਿਆਣੀਆਂ ਗੱਲਾਂ ਕੀਤੀਆਂ। ਸਾਡੇ ਵੀ ਕੁਝ ਜਿਹੜਾ ਹੈ ਉਹ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੇਖਣ ਵਾਲਿਆਂ ਨੂੰ ਵੀ ਬਹੁਤ ਸਾਰੀਆਂ ਗੱਲਾਂ ਪਸੰਦ ਆਈਆਂ ਹੋਣੀਆਂ। ਯਕੀਨਨ ਉਹ ਵੀ ਬਹੁਤ ਸਾਰਾ ਕੁਝ ਸਿੱਖਣਗੇ। ਔਰ ਨਾਜ਼ਰੀਨ, ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ।